ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਅਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਪਹੁੰਚੇ। ਨਗਰ ਦੇ ਬਾਹਰ ਗੁਰੂਦੇਵ ਜੀ ਨੇ ਡੇਰਾ ਲਗਾਇਆ। ਭਜਨ ਬੰਦਗੀ ਕਰਨ ਉਪਰੰਤ ਭਾਈ ਮਰਦਾਨਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ, ਗੁਰੂ ਸਾਹਿਬ ਜੇ ਇਜਾਜ਼ਤ ਹੋਵੇ ਉਹ ਸ਼ਹਿਰ ਵਿੱਚ ਜਾ ਕੇ ਕੁਝ ਖਾ ਪੀ ਆਵੇ। ਉੱਥੇ ਨੂਰ ਸ਼ਾਹ ਨਾਮੀ ਇਸਤਰੀ ਦਾ ਰਾਜ ਸੀ ਤੇ ਉਸ ਸ਼ਹਿਰ ਵਿੱਚ ਹੀ ਉਸ ਦਾ ਮਹਿਲ ਸੀ। ਉਹ ਆਪ ਬਹੁਤ ਸੁੰਦਰ ਸੀ ਤੇ ਉਸ ਦੀਆਂ ਦਾਸੀਆਂ ਵੀ ਬਹੁਤ ਸੁੰਦਰ ਸਨ। ਉਸ ਨੂੰ ਜੋ ਵੀ ਮਿਲਦਾ, ਭਾਵੇਂ ਸਾਧੂ ਸੰਤ ਹੋਵੇ ਜਾਂ ਅਮੀਰ ਵਜ਼ੀਰ ਹੋਵੇ, ਉਸ ਦੀ ਕੋਸ਼ਿਸ਼ ਹੁੰਦੀ ਕਿ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਲਵੇ। ਇਸ ਲਈ ਗੁਰੂ ਜੀ ਨੇ ਭਾਈ ਮਰਦਾਨਾ ਨੂੰ ਸੁਚੇਤ ਕਰ ਦਿੱਤਾ ਕਿ ਇਸ ਸ਼ਹਿਰ ਦੀਆਂ ਬਹੁਤ ਜਾਦੂਗਰਨੀਆਂ ਹਨ, ਇਹਨਾਂ ਦੇ ਜਾਲ ਵਿੱਚ ਨਾ ਫਸ ਜਾਵੇਂ। ਜੇ ਕਿਸੇ ਕਿਸਮ ਦਾ ਖਤਰਾ ਹੋਵੇ ਤਾਂ ਸਤ ਕਰਤਾਰ ਕਰਦਾ ਰਵੇਂ। ਇਹ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰੂ ਜੀ ਇਹ ਸਭ ਕੁਝ ਜੋ ਕੁਝ ਤੁਸੀਂ ਦੱਸ ਰਹੇ ਹੋ ਠੀਕ ਹੈ ਗੁਰੂ ਜੀ, ਪਰ ਭੋਜਨ ਬਿਨਾਂ ਸਰ ਨਹੀਂ ਸਕਦਾ। ਇਸ ਲਈ ਨਗਰ ਵਿੱਚ ਜਾਣਾ ਹੀ ਪਵੇਗਾ, ਪਰ ਮੈਂ ਸਾਵਧਾਨ ਰਹਾਂਗਾ। ਭਾਈ ਮਰਦਾਨਾ ਜੀ ਨਗਰ ਵਿੱਚ ਪਹੁੰਚੇ ਤਾਂ ਉੱਥੇ ਇੱਕ ਖੂਹ ਤੇ ਕੁਝ ਇਸਤਰੀਆਂ ਪਾਣੀ ਭਰਦੀਆਂ ਹੋਈਆਂ ਵਿਖਾਈ ਦਿੱਤੀਆਂ। ਭਾਈ ਮਰਦਾਨਾ ਜੀ ਉਹਨਾਂ ਦੇ ਕੋਲ ਗਏ ਤੇ ਬੇਨਤੀ ਕੀਤੀ ਕਿ ਸਾਨੂੰ ਪਿਆਸ ਲੱਗੀ ਹੈ, ਪਾਣੀ ਪਿਆ ਦਿਓ। ਮਰਦਾਨਾ ਜੀ ਦੀ ਭਾਸ਼ਾ ਤੇ ਵੇਸ਼-ਭੂਸ਼ਾ ਵੇਖ ਕੇ ਇਸਤਰੀਆਂ ਆਪਸ ਵਿੱਚ ਵਿਚਾਰ ਕਰਨ ਲੱਗੀਆਂ ਕਿ ਉਹ ਇੱਕ ਪਰਦੇਸੀ ਹੈ, ਅੰਤ ਇਹ ਉਹਨਾਂ ਦਾ ਸ਼ਿਕਾਰ ਹੈ। ਉਹਨਾਂ ਵਿੱਚੋਂ ਇੱਕ ਨੇ ਭਾਈ ਮਰਦਾਨਾ ਜੀ ਨੂੰ ਪਾਣੀ ਪਿਆਇਆ ਤੇ ਕਿਹਾ, ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ, ਮੈਂ ਤੁਹਾਨੂੰ ਭੋਜਨ ਵੀ ਕਰਵਾਵਾਂਗੀ। ਮਰਦਾਨਾ ਜੀ ਨੇ ਉਹਨਾਂ ਦੇ ਛਲ ਨੂੰ ਨਹੀਂ ਸਮਝਿਆ, ਭੋਜਨ ਲਈ ਉਸ ਦੇ ਘਰ ਪਹੁੰਚ ਗਏ। ਉਸ ਇਸਤਰੀ ਨੇ ਭਾਈ ਮਰਦਾਨਾ ਜੀ ਨੂੰ ਭੋਜਨ ਖਵਾਇਆ, ਇਸ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਦਿੱਤਾ। ਉਸ ਤੋਂ ਭਾਈ ਮਰਦਾਨਾ ਜੀ ਆਪਣੀ ਸੁੱਧ ਬੁੱਧ ਖੋ ਬੈਠੇ। ਜਿਵੇਂ ਹੀ ਭਾਈ ਮਰਦਾਨਾ ਜੀ ਨੂੰ ਨਸ਼ਾ ਹੋਇਆ, ਉਸ ਇਸਤਰੀ ਨੇ ਇੱਕ ਧਾਗਾ ਜੋ ਕਿ ਤਾਂਤਰਿਕ ਵਿਦਿਆ ਦੇ ਮੰਤਰ ਪੜ੍ਹ ਕੇ ਤਿਆਰ ਕੀਤਾ ਹੋਇਆ ਸੀ, ਭਾਈ ਮਰਦਾਨਾ ਜੀ ਦੇ ਗਲੇ ਵਿੱਚ ਬੰਨ੍ਹ ਦਿੱਤਾ। ਇਸ ਧਾਗੇ ਵਿੱਚ ਵਸ਼ੀਕਰਨ ਯੰਤਰਾਂ ਦਾ ਪ੍ਰਭਾਵ ਸੀ, ਜਿਹਦੇ ਨਾਲ ਵਿਅਕਤੀ ਗੁਲਾਮ ਹੋਣਾ ਸਵੀਕਾਰ ਕਰ ਲੈਂਦਾ ਹੈ, ਅਰਥਾਤ ਆਪਣੇ ਆਪ ਨੂੰ ਦੂਜਿਆਂ ਦਾ ਸ਼ਿਕਾਰ ਬਣਨ ਦਿੰਦਾ ਹੈ, ਕਿਸੇ ਗੱਲ ਦਾ ਵਿਰੋਧ ਨਹੀਂ ਕਰਦਾ, ਇੱਕ ਆਗਿਆਕਾਰੀ ਸੇਵਕ ਦੀ ਤਰ੍ਹਾਂ ਕਾਰਜ ਕਰਦਾ ਹੈ। ਜਦੋਂ ਭਾਈ ਮਰਦਾਨਾ ਜੀ ਵਾਪਸ ਨਹੀਂ ਪਰਤੇ ਤਾਂ ਗੁਰੂ ਸਾਹਿਬ ਜੀ ਆਪ ਖੁਦ ਭਾਈ ਮਰਦਾਨਾ ਜੀ ਦੀ ਖੋਜ ਖਬਰ ਲੈਣ ਨਗਰ ਪਹੁੰਚੇ। ਖੂਹ ਦੇ ਕੋਲ ਪਹੁੰਚ ਕੇ ਕੁਝ ਬੱਚਿਆਂ ਵੱਲੋਂ ਆਪ ਜੀ ਨੂੰ ਪਤਾ ਹੋਇਆ ਕਿ ਇੱਕ ਪਰਦੇਸੀ ਨੂੰ ਇੱਕ ਇਸਤਰੀ ਆਪਣੇ ਘਰ ਭੋਜਨ ਕਰਵਾਉਣ ਲਈ ਲੈ ਗਈ ਸੀ। ਗੁਰੂਦੇਵ ਉੱਥੇ ਪਹੁੰਚੇ, ਪਰ ਉਸ ਇਸਤਰੀ ਨੇ ਗੁਰੂਦੇਵ ਦੇ ਪੁੱਛਣ ਉੱਤੇ ਉਹਨਾਂ ਦਾ ਵਿਅਕਤੀ ਇੱਥੇ ਆਇਆ ਸੀ ਸਾਫ਼ ਮਨਾ ਕਰ ਦਿੱਤਾ ਤੇ ਕੁੰਡੀ ਲਗਾ ਕੇ ਘੜਾ ਚੁੱਕ ਕੇ ਖੂਹ ਉੱਤੇ ਪਾਣੀ ਲੈਣ ਚਲੀ ਗਈ। ਉੱਥੇ ਉਸਨੇ ਹੋਰ ਤਾਂਤਰਿਕ ਇਸਤਰੀਆਂ ਨੂੰ ਇਕੱਠਾ ਕੀਤਾ ਤੇ ਕਿਹਾ, ਇੱਕ ਹੋਰ ਪਰਦੇਸੀ ਪਹਿਲੇ ਪਰਦੇਸੀ ਦੀ ਖੋਜ ਖਬਰ ਲੈਣ ਆਇਆ ਹੋਇਆ ਹੈ, ਸਾਨੂੰ ਉਸ ਨੂੰ ਵੀ ਆਪਣੇ ਵੱਸ ਵਿੱਚ ਕਰ ਲੈਣਾ ਚਾਹੀਦਾ ਹੈ। ਪਰ ਉਹ ਪਹਿਲੇ ਵਿਅਕਤੀ ਦੀ ਤਰ੍ਹਾਂ ਸਿੱਧਾ ਸਾਦਾ ਨਹੀਂ, ਬਲਕਿ ਬਹੁਤ ਚਤਰ ਤੇ ਤੇਜ਼ ਵਿਖਾਈ ਦਿੰਦਾ ਹੈ। ਇਸ ਲਈ ਸਾਨੂੰ ਆਪਣੀ ਮੁਖੀ ਵੱਲੋਂ ਸਹਾਇਤਾ ਲੈਣੀ ਚਾਹੀਦੀ ਹੈ। ਇਹ ਵਿਚਾਰ ਬਣਾ ਕੇ ਉਹ ਸਾਰੀਆਂ ਗੁਰੂਦੇਵ ਦੇ ਗਲੇ ਵਿੱਚ ਤਾਂਤਰਿਕ ਧਾਗਾ ਪਾਉਣ ਪਹੁੰਚੀਆਂ। ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਕਿਹਾ, ਤੁਸੀਂ ਸਰੀਰਕ ਰੂਪ ਵਿੱਚ ਤਾਂ ਨਾਰੀਆਂ ਹੋ, ਪਰ ਤੁਹਾਡੇ ਕਾਰਜ ਨਾਰੀਆਂ ਵਾਲੇ ਨਹੀਂ ਹਨ। ਇਹ ਸੱਚ ਨੂੰ ਸੁਣ ਕੇ ਸਭ ਨੂੰ ਸ਼ਰਮ ਦਾ ਅਹਿਸਾਸ ਹੋਇਆ, ਪਰ ਕ੍ਰੋਧ ਦੇ ਮਾਰੇ ਉਹਨਾਂ ਨੇ ਆਪਣੇ ਮੁਖੀ ਨੇਤਾ ਨੂਰ ਸ਼ਾਹ ਨੂੰ ਸੱਦ ਭੇਜਿਆ ਤਾਂ ਕਿ ਬਦਲਾ ਲਿਆ ਜਾ ਸਕੇ। ਇਸ ਵਿੱਚ ਸਾਰੀਆਂ ਇਸਤਰੀਆਂ ਨੇ ਆਪਣੀ ਸਾਰੀ ਪ੍ਰਕਾਰ ਦੀ ਤਾਂਤਰਿਕ ਸ਼ਕਤੀ ਪ੍ਰਯੋਗ ਕਰਨ ਦਾ ਕਈ ਵਾਰ ਯਤਨ ਕੀਤਾ, ਪਰ ਗੁਰੂ ਸਾਹਿਬ ਉੱਤੇ ਉਹ ਸਾਰੇ ਤੰਤਰ ਮੰਤਰ ਅਸਫਲ ਹੋ ਗਏ। ਉਹਨਾਂ ਦਾ ਕੋਈ ਵੀ ਵਾਰ ਗੁਰੂ ਜੀ ਉੱਤੇ ਨਹੀਂ ਚੱਲਿਆ। ਤਦ ਗੁਰੂਦੇਵ ਨੇ ਆਪਣੇ ਇੱਕ ਸੇਵਕ ਨੂੰ ਕਿਹਾ, ਇਸ ਘਰ ਦੀ ਕੁੰਡੀ ਖੋਲੋ
ਤੇ ਭਾਈ ਮਰਦਾਨਾ ਜੀ ਨੂੰ ਅੰਦਰ ਖੋਜੋ। ਇਸ ਤਰ੍ਹਾਂ ਕੀਤਾ ਗਿਆ। ਭਾਈ ਮਰਦਾਨਾ ਜੀ ਨੂੰ ਬਾਹਰ ਲਿਆਂਦਾ ਗਿਆ। ਗੁਰੂ ਸਾਹਿਬ ਜੀ ਨੇ ਆਦੇਸ਼ ਦਿੱਤਾ ਕਿ ਪਾਣੀ ਲੈ ਕੇ ਭਾਈ ਮਰਦਾਨਾ ਜੀ ਦੇ ਮੂੰਹ ਤੇ ਵਾਹਿਗੁਰੂ ਵਾਹਿਗੁਰੂ ਸ਼ਬਦ ਉਚਾਰਨ ਕਰਦੇ ਹੋਏ ਛਿੱਟੇ ਮਾਰੋ ਤੇ ਉਹਨਾਂ ਦੇ ਗਲੇ ਵਿੱਚ ਪਏ ਹੋਏ ਧਾਗੇ ਨੂੰ ਤੋੜੋ। ਇੰਜ ਹੀ ਕੀਤਾ ਗਿਆ। ਭਾਈ ਮਰਦਾਨਾ ਜੀ ਪਹਿਲੇ ਵੱਲੋਂ ਸੁਚੇਤ ਹੋ ਗਏ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਕਿਸੇ ਨੇ ਉਹਨਾਂ ਨੂੰ ਡੂੰਗੀ ਨੀਂਦ ਵਿੱਚੋਂ ਚੁੱਕਿਆ ਹੋਵੇ। ਗੁਰੂ ਸਾਹਿਬ ਜੀ ਨੇ ਭਾਈ ਮਰਦਾਨਾ ਨੂੰ ਰਬਾਬ ਥਮਾ ਕੇ ਕਿਹਾ, ਲਓ ਤੇ ਕੀਰਤਨ ਕਰੋ। ਇੱਥੇ ਤਾਂ ਹੁਣ ਸਾਨੂੰ ਸ਼ਬਦ ਵੱਲੋਂ ਲੜਾਈ ਜਿੱਤਣੀ ਹੋਵੇਗੀ। ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤਾ। ਉੱਥੋਂ ਦੀ ਮੁੱਖ ਜਾਦੂਗਰਨੀ ਨੂਰ ਸ਼ਾਹ ਸੀ, ਜਿਸ ਦਾ ਅਸਲੀ ਨਾਮ ਪਦਮਾ ਸੀ। ਜਦੋਂ ਨੂਰ ਸ਼ਾਹ ਪਦਮਾ ਉੱਥੇ ਪਹੁੰਚੀ, ਉਸ ਸਮੇਂ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਤੇ ਗੁਰੂ ਸਾਹਿਬ ਆਪ ਕੀਰਤਨ ਕਰ ਰਹੇ ਸਨ। ਪਦਮਾ ਜੋ ਸੰਗੀਤ ਪ੍ਰੇਮੀ ਸੀ ਤੇ ਅੰਤ ਮਧੁਰ ਸੰਗੀਤ ਅਤੇ ਬਾਣੀ ਜੋ ਉਸ ਦੇ ਲਈ ਉਪਦੇਸ਼ ਰੂਪ ਸੀ, ਸੁਣ ਕੇ ਨਿਹਾਲ ਹੋ ਗਈ। ਉਹ ਪੱਥਰ ਦੀ ਮੂਰਤੀ ਬਣੀ ਕੀਰਤਨ ਵਿੱਚ ਖੋ ਗਈ। ਜਦੋਂ ਕੀਰਤਨ ਖਤਮ ਹੋਇਆ ਤਦ ਉਸ ਨੂੰ ਆਪ ਦੀ ਸੁੱਧ ਹੋਈ। ਉਸ ਦੀ ਜਾਦੂਗਰੀ ਤੇ ਖੂਬਸੂਰਤੀ ਦਾ ਗੁਰੂ ਸਾਹਿਬ ਉੱਤੇ ਤਾਂ ਕੀ ਅਸਰ ਹੋਣਾ ਸੀ, ਉਲਟਾ ਆਪ ਹੀ ਉਹ ਗੁਰੂ ਸਾਹਿਬ ਜੀ ਦੇ ਪ੍ਰਭਾਵ ਹੇਠ ਆ ਗਈ। ਉਸ ਦੀਆਂ ਦਾਸੀਆਂ ਗੁਰੂ ਸਾਹਿਬ ਵਾਸਤੇ ਕਈ ਕਿਸਮ ਦੇ ਸਵਾਦਲੇ ਭੋਜਨ ਪਦਾਰਥ ਲਿਆਈਆਂ, ਪਰ ਗੁਰੂ ਸਾਹਿਬ ਨੇ ਕਿਸੇ ਚੀਜ਼ ਵੱਲ ਤੱਕਿਆ ਵੀ ਨਾ। ਨੂਰ ਸ਼ਾਹ ਤਾਂ ਪਹਿਲਾਂ ਹੀ ਗੁਰੂ ਜੀ ਦੇ ਚਰਨੀ ਪੈ ਗਈ ਸੀ। ਗੁਰੂ ਸਾਹਿਬ ਤੋਂ ਮਾਫੀ ਮੰਗਣ ਲੱਗੀ ਤੇ ਕਹਿਣ ਲੱਗੀ, ਪਾਪਾਂ ਦੇ ਘੜੇ ਭਰੇ ਪਏ ਹਨ, ਸਾਨੂੰ ਇਸ ਵੱਲੋਂ ਆਜ਼ਾਦ ਕਰੋ। ਗੁਰੂ ਸਾਹਿਬ ਨੇ ਉਸ ਨੂੰ ਕਿਹਾ, ਆਪਣੀ ਸ਼ਕਤੀ ਦਾ ਦੁਰਉਪਯੋਗ ਤਾਂ ਵਿਨਾਸ਼ਤਾ ਨੂੰ ਦਾਵਤ ਦੇਣੀ ਹੁੰਦੀ ਹੈ। ਫਿਰ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬੁਰੇ ਕੰਮਾਂ ਤੋਂ ਰੋਕਿਆ। ਆਖਰ ਨੂਰ ਸ਼ਾਹ ਨੇ ਵੀ ਸਿੱਖੀ ਧਾਰਨ ਕੀਤੀ ਤੇ ਪ੍ਰਚਾਰਕ ਦੇ ਤੌਰ ਤੇ ਕੰਮ ਕਰਨ ਲੱਗੀ। ਉਸਨੇ ਆਪਣੀ ਸਾਰੀ ਜਾਇਦਾਦ ਲੋਕਾਂ ਵਿੱਚ ਵੰਡ ਦਿੱਤੀ ਤੇ ਆਪਣੇ ਦਾਸ ਦਾਸੀਆਂ ਨੂੰ ਆਜ਼ਾਦ ਕਰਕੇ ਸਿੱਖੀ ਦਾ ਪ੍ਰਚਾਰ ਕਰਨਾ ਹੀ ਆਪਣੇ ਜੀਵਨ ਦੀ ਨਿਤ ਦੀ ਕਾਰ ਬਣਾ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ